Kumar ji, our chairman IGBC Chandigarh chapter, he will love to sir ਤੁਸੀਂ ਇਹ ਦੱਸੋ ਸਰ ਕਿ ਅਸੀਂ ਸਸਟੇਨੇਬਲ ਵਰਡ ਹਰ ਵਾਰੀ ਯੂਜ਼ ਕਰਦੇ ਹਾਂ ਕਿ ਸਸਟੇਨੇਬਲ ਵਰਡ ਐਕਚੁਅਲੀ ਕੀ ਹੈ? ਸਸਟੇਨੇਬਲ ਜਿਹੜਾ ਵਰਡ ਹੈ ਇਹ 1972-73 ਦੇ ਵਿੱਚ ਡਿਫਾਈਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸਸਟੇਨੇਬਿਲਿਟੀ ਕੋਈ ਵਰਡ ਨਹੀਂ ਸੀ। ਅੰਗਰੇਜ਼ੀ ਦੀ ਡਿਕਸ਼ਨਰੀ 'ਚ ਹੋਏਗਾ ਲੇਕਿਨ ਡਿਵੈਲਪਮੈਂਟ ਦੀ ਡਿਕਸ਼ਨਰੀ 'ਚ ਨਹੀਂ ਸੀ, ਕਿਉਂਕਿ ਉਸ ਵੇਲੇ ਜਰਮਨ ਦੇ ਜੋ ਚਾਂਸਲਰ ਸੀ, ਹੀ ਵਾਜ਼ ਹੈਡਿੰਗ ਵਨ ਆਫ ਦੀ ਕਮੇਟੀ ਅਪਾਇੰਟਡ ਬਾਈ ਦੀ UN। ਉਹਨੇ ਕਿਹਾ ਗਿਆ ਦੇਖੋ ਦੁਨੀਆ 'ਚ ਹੋ ਕੀ ਰਿਹਾ ਗਿਆ, ਔਰ ਉਸ ਵੇਲੇ ਉਹਨੇ ਵਰਡ ਕਿਹਾ ਕਿ ਜੇ ਅਗਰ ਇਸ ਤਰ੍ਹਾਂ ਚੱਲਦਾ ਰਿਹਾ ਕਿ ਦੁਨੀਆ ਜ਼ਿਆਦਾ ਲਾਸਟ ਨਹੀਂ ਕਰੇਗੀ। ਤੇ ਫਿਰ ਉਹਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਕੰਜ਼ਿਊਮ ਕਰ ਰਹੇ ਹਾਂ, ਬੇਸਿਕਲੀ ਸਾਡੀ ਨੇਚਰ ਚੇਂਜ ਹੋ ਰਹੀ ਹੈ, ਵੀ ਆਰ ਬਿਕਮਿੰਗ ਮੋਰ ਕੰਜ਼ਿਊਮਰ। ਅਗਰ ਪਹਿਲਾਂ ਤੁਸੀਂ ਅਗਰ ਦੇਖੋ ਅਸੀਂ ਜਿਸ ਏਜ ਦੇ ਅਸੀਂ ਹਾਂ, ਅਸੀਂ ਕਦੀ ਕੰਜ਼ਿਊਮ ਨਹੀਂ ਸੀ ਕਰਦੇ। ਇੱਕ ਕਮੀਜ਼ ਹੁੰਦੀ ਸੀ ਵੱਡੇ ਭਰਾ ਦੀ ਤੇ ਛੋਟਾ ਪਾਉਂਦਾ ਸੀ ਤੇ ਉਹਦੇ ਬਾਅਦ ਚੱਲਦਾ ਹੀ ਰਹਿੰਦਾ ਸੀ, ਕਮੀਜ਼ਾਂ ਫੜਦੀਆਂ ਹੀ ਨਹੀਂ ਸੀ। ਮੇਰੇ ਕੋਲ ਹੈ ਵੀ ਕੋਈ ਪੈਂਟ ਹੋਏਗੀ ਜਿਹੜੀ 40 ਸਾਲ ਦੀ ਪਈ ਦੀ ਹੈਗੀ, ਬਟ ਸਵਾਲ ਸੀ ਕਿ ਉਦੋਂ ਕੰਜ਼ਿਊਮ ਨਹੀਂ ਕਰ ਰਹੇ। ਹੁਣ ਜਿਹੜਾ ਵਰਡ ਆ ਗਿਆ ਜਿਹਦੇ ਕੰਜ਼ੰਪਸ਼ਨ ਦੇ ਉੱਤੇ ਜ਼ੋਰ ਹੈਗਾ, ਪ੍ਰੋਡਕਸ਼ਨ ਤੇ ਘੱਟ ਹੈਗਾ। ਔਰ ਨੇਚਰ ਜਿਹੜੀ ਹੈ, ਨੇਚਰ 'ਚ ਕੋਈ ਕਮੀ ਨਹੀਂ ਹੈ। ਨੇਚਰ ਹਰ ਆਦਮੀ ਦੀ ਜਿੰਨੀ ਨੀਡ ਹੈ ਉਸ ਨੂੰ ਤੁਸੀਂ ਜਿੰਨੇ ਰਿਸੋਰਸਿਸ ਹੈਗੇ ਨੇ ਉਹਦੇ ਨਾਲ ਤੁਹਾਡੀ ਪੂਰੀ ਪੈ ਸਕਦੀ ਹੈ। ਪਰ ਜਿੱਥੇ ਹਿਊਮਨ ਗਰੀਡ ਆ ਜਾਂਦੀ ਹੈ, ਕਲੀਅਰ ਹੈਗਾ ਕਿ ਨੇਚਰ ਹੈਜ਼ ਐਵਰੀਥਿੰਗ ਟੂ ਟੇਕ ਕੇਅਰ ਆਫ ਯੋਰ ਨੀਡਸ, ਲੇਕਿਨ ਜਿੱਥੇ ਤੁਹਾਡੀ ਗਰੀਡ ਆ ਜਾਂਦੀ ਹੈ ਫਿਰ ਨੇਚਰ ਫੇਲ ਹੋ ਜਾਂਦੀ ਹੈ। ਜੇ ਇਹ ਮਕਾਨ ਇੱਕ ਰਹਿਣ ਵਾਸਤੇ ਚਾਹੀਦਾ ਤੇ 7 ਰੱਖ ਕੇ ਬੈਠੇ ਜਾਂ 4 ਰੱਖ ਕੇ ਬੈਠੇ ਆ, ਉਹ ਗਲਤ ਹੈਗਾ। ਤੋ ਇੱਕ ਜਿਸ ਤਰ੍ਹਾਂ ਹੈਗਾ ਤੁਹਾਨੂੰ ਜੋ ਚੀਜ਼ ਚਾਹੀਦੀ ਹੈ, ਨੇਚਰ ਵਿਲ ਗਿਵ ਯੂ ਐਵਰੀਥਿੰਗ ਐਂਡ ਨੇਚਰ ਹੈਵ ਦੈਟ ਕਾਈਂਡ ਆਫ ਥਿੰਗ। ਜਦੋਂ ਕੰਜ਼ੰਪਸ਼ਨ ਦੇ ਉੱਤੇ ਬਹੁਤ ਜ਼ੋਰ ਚਲਾ ਗਿਆ, ਉਹਨਾਂ ਕਿਹਾ ਸਸਟੇਨੇਬਲ ਹੋਣਾ ਚਾਹੀਦਾ ਹੈ। ਇਹ ਵਰਡ ਜਿਹੜਾ ਸਸਟੇਨੇਬਲ ਦਾ ਮਤਲਬ ਹੈਗਾ ਜਿੰਨਾ ਤੁਸੀਂ ਪ੍ਰੋਡਿਊਸ ਕਰਦੇ ਹੋ ਉਨਾ ਕੰਜ਼ਿਊਮ ਕਰਦੇ ਹੋ, ਕਿਉਂਕਿ ਸਾਨੂੰ ਨੇਚਰ ਨੇ ਬਹੁਤ ਸਾਰੇ ਰਿਸੋਰਸਿਸ ਦਿੱਤੇ ਨੇ, ਔਰ ਰਿਸੋਰਸਿਸ ਇਹ ਨੇ ਇਹ 'ਚ ਰੀਨਿਊਏਬਲ ਨੇ, ਨਾਨ ਰੀਨਿਊਏਬਲ ਨੇ। ਨਾਨ ਰੀਨਿਊਏਬਲ ਬਣਾਉਣ ਦੇ ਵਿੱਚ ਤੁਹਾਨੂੰ ਲੱਖਾਂ ਸਾਲ ਲੱਗ ਜਾਂਦੇ। ਪੈਟਰੋਲੀਅਮ ਵਗੈਰਾ ਹੈਗਾ, ਜਦੋਂ ਇਹਨੂੰ ਕੰਜ਼ਿਊਮ ਕਰੀ ਜਾਓਗੇ ਇਹਦੇ ਬਾਅਦ ਇਹ ਖਤਮ ਹੋ ਜਾਏਗਾ। ਲੇਕਿਨ ਸਨ ਇੱਕ ਨੇਚਰ ਮਤਲਬ ਰਿਸੋਰਸ ਹੈਗਾ, ਇੱਕ ਹਵਾ ਨੇ ਹੈਗਾ ਰਿਸੋਰਸ ਹੈਗਾ, ਉਹ ਕਦੀ ਵੀ ਖਤਮ ਨਹੀਂ ਹੋਏਗਾ। ਨੇਚਰ ਨੇ ਦੇ ਆਰ ਰੀਨਿਊਏਬਲ ਰਿਸੋਰਸਿਸ। ਲੇਕਿਨ ਉਹਨੇ ਕਿਹਾ ਕਿ ਅਗਰ ਨਾਨ ਰੀਨਿਊਏਬਲ 'ਤੇ ਜਿਸ ਤਰ੍ਹਾਂ ਅਸੀਂ ਜ਼ੋਰ ਕਰ ਰਹੇ ਹਾਂ, ਅਗਰ ਇਹ ਚੱਲਦੇ ਰਹੇ ਤਾਂ ਅਲਟੀਮੇਟਲੀ ਅਸੀਂ ਮੂਲ ਧਨ ਵੀ ਖਾ ਜਾਵਾਂਗੇ। ਜਿਹੜਾ ਸਾਨੂੰ ਨੇਚਰ ਨੇ ਦਿੱਤਾ, ਰਿਸੋਰਸਿਸ ਦਿੱਤੇ ਨੇ, ਅਸੀਂ ਉਹ ਭੰਡਾਰ ਖਾਲੀ ਕਰ ਦਾਂਗੇ। ਐਂਡ ਵੰਸ ਵੀ ਅਗਰ ਉਹ ਅਸੀਂ ਖਤਮ ਕਰ ਦਿੱਤੇ, ਉਹਦੇ ਬਾਅਦ ਸਾਡੀ ਸਰਵਾਈਵਲ, ਲਿਵੇਬਿਲਿਟੀ, ਕੁਆਲਿਟੀ ਆਫ ਲਾਈਫ ਉਹ ਬਿਲਕੁਲ ਬੰਦ ਹੋ ਜਾਏ, ਖਰਾਬ ਹੋ ਜਾਏਗੀ। ਤੇ ਉਸ ਕਰਕੇ ਉਹਨਾਂ ਕਿਹਾ ਕਿ ਸਾਨੂੰ ਇਹ ਸੋਚਣਾ ਕਿ ਮੂਲ ਧਨ ਤੇ ਰੱਖਣਾ ਹੀ ਰੱਖਣਾ ਹੈਗਾ, ਜੋ ਨੇਚਰ ਨੇ ਦਿੱਤੇ ਨੇ ਉਹਨੂੰ ਤੇ ਪ੍ਰੀਜ਼ਰਵ ਕਰਨਾ ਹੈ। ਤੀਸਰਾ ਉਹਨੂੰ ਕੰਜ਼ਿਊਮ ਨਹੀਂ ਕਰਨਾ, ਔਰ ਅਸੀਂ ਉਹ 'ਚ ਵੈਲਿਊ ਐਡੀਸ਼ਨ ਕਰਨੀ ਹੈ। ਤੀਸਰੀ ਗੱਲ ਉਹਦੇ 'ਚ ਇਹ ਕਹੀ ਗਈ ਅਸੀਂ ਆਪਣੇ ਵਾਸਤੇ ਨਹੀਂ ਜੀ ਰਹੇ, ਅਸਾਂ ਫਿਊਚਰ ਵਾਸਤੇ ਧਿਆਨ ਰੱਖਣਾ, ਫਿਊਚਰ ਨੂੰ ਵੀ ਧਿਆਨ ਰੱਖਣਾ। ਆਪਣੇ ਬੱਚੇ ਨੇ, ਆਪਣੇ ਉਹਨਾਂ ਦੀ ਜਨਰੇਸ਼ਨ ਆਉਂਦੀ ਹੈ, ਉਹਨਾਂ ਜਨਰੇਸ਼ਨ ਨੂੰ ਵੀ ਦੇਖਣਾ। ਸੋ ਅਲਟੀਮੇਟਲੀ ਅਸੀਂ ਜੇ ਕੰਜ਼ਿਊਮ ਕਰਕੇ ਸਾਨੂੰ ਸੈਲਫ ਸੈਂਟਰਡ ਨਹੀਂ ਰਹਿਣਾ, ਸੈਲਫ ਫੋਕਸ ਨਹੀਂ ਰਹਿਣਾ, ਸਾਨੂੰ ਕਮਿਊਨਿਟੀ, ਨੇਚਰ ਤੇ ਫਿਊਚਰ ਨੂੰ ਧਿਆਨ 'ਚ ਰੱਖ ਕੇ ਜਾਣਾ ਹੈ। ਤੋ ਇਸ ਕਰਕੇ ਜੋ ਅਸੀਂ ਜਿਸ ਤਰ੍ਹਾਂ ਦਾ ਪੈਟਰਨ ਅਡੋਪਟ ਕਰਾਂਗੇ, ਜੋ ਅਸੀਂ ਰਹਿਣ ਦੀ ਸ਼ੈਲੀ ਅਡੋਪਟ ਕਰਾਂਗੇ, ਉਹਦੇ 'ਚ ਕੰਜ਼ੰਪਸ਼ਨ ਬਿਲਕੁਲ ਘੱਟ ਹੋਣੀ ਚਾਹੀਦੀ ਹੈ। ਮਤਲਬ ਜਿੰਨਾ ਅਸੀਂ ਕੰਜ਼ਿਊਮ ਕਰ ਰਹੇ ਹਾਂ ਉਨਾ ਪ੍ਰੋਡਿਊਸ ਕਰ ਰਹੇ ਹਾਂ, ਔਰ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਅਸੀਂ ਜਿੰਨਾ ਕੰਜ਼ਿਊਮ ਕਰ ਰਹੇ ਹਾਂ ਉਹਦੇ ਤੋਂ ਵੱਧ ਪ੍ਰੋਡਿਊਸ ਕਰੀਏ, ਤਾਂ ਕਿ ਅਗਲੀ ਜਨਰੇਸ਼ਨ ਵਾਸਤੇ there should be sufficient to live and there should be quality of life. Great sir, great. 13 ਪੌਦੇ ਜ਼ਰੂਰ ਲਾਉਣੇ ਆ। ਜੇ ਤੁਸੀਂ ਹਰ ਇੱਕ ਵਿਅਕਤੀ 13 ਪੌਦੇ ਲਾਓਗੇ ਤੇ ਮੈਂ ਤੁਹਾਨੂੰ ਇਹ ਗਰੰਟੀ ਦਿੰਦਾ ਕਿ ਪਰਮੇਸ਼ਰ ਦੀ ਤੁਹਾਡੇ ਤੇ ਪੂਰਨ ਕਿਰਪਾ ਵਾਪਰੇਗੀ। ਬੜੀ ਵੱਡੀ ਬਖਸ਼ਿਸ਼ ਮਿਲੇਗੀ ਪਰਮੇਸ਼ਰ ਦੇ ਘਰ ਵਿੱਚੋਂ, ਕਿਉਂਕਿ ਆਪਾਂ এনवायरमेंट ਦੇ ਨਾਲ ਜੀ। ਸੋ ਇੱਥੇ ਆਉਣ ਦਾ ਇਹੀ ਲਾਭ ਹੈ। ਕਿਤੇ ਸਮਾਂ ਮਿਲੇ ਕਿਸੇ ਨੂੰ ਵੀ, ਜਦੋਂ ਵੀ ਸਮਾਂ ਮਿਲੇ ਬੇਸ਼ੱਕ ਤੁਸੀਂ ਨਾਨਕਸਰ ਜਾ ਕੇ ਦੇਖੋ ਜਿਹੜੀ ਨਰਸਰੀ ਆ, ਕਿੱਦਾਂ ਦੇ ਬੂਟੇ ਉੱਥੇ ਹਰ ਤਰ੍ਹਾਂ ਦੇ। ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਸੀ ਪੌਦੇ ਜ਼ਿਆਦਾ ਤੋਂ ਤੌਰ 'ਤੇ ਉਹ ਲਾਉਣੇ ਚਾਹੀਦੇ ਜਿਨ੍ਹਾਂ ਦਾ ਜ਼ਿਆਦਾ ਬੈਨੀਫਿਟ ਹੋਵੇ। ਸੌਂਜਣਾ ਦਾ ਪੌਦਾ ਜੀ
ਤੇ ਸਵੰਜਣਾ ਹਰ ਦਵਾਈ ਦੇ ਵਿੱਚ ਪੈਂਦੀਆਂ ਨੇ। ਸਬਜ਼ੀ ਇਹਦੀ ਬਣਦੀ ਆ, ਅਚਾਰ ਇਹਦਾ ਬਣਦਾ ਹੈ, ਇਹਦਾ ਜੂਸ ਕੱਢ ਕੇ ਪੀ ਲਓ। ਬੋਲੋ ਸਰੀਰ ਵਾਸਤੇ ਸਭ ਤੋਂ ਜ਼ਿਆਦਾ ਸਿਹਤਮੰਦ ਜਿਹੜਾ ਸਵੰਜਣਾ ਤੋਂ ਸਾਨੂੰ ਫਾਇਦਾ ਹੁੰਦਾ ਹੈ। ਤੇ ਦਾਸ ਨੇ ਲੱਖਾਂ ਪੌਦੇ ਲਵਾ ਦਿੱਤੇ ਸਵੰਜਣਾ। ਨਿੰਬੂ ਦੀ ਸਾਨੂੰ ਕਿੰਨੀ ਲੋੜ ਆ। ਇਹ ਜਿੰਨੇ ਇਦਾਂ ਦੇ ਚੀਜ਼ਾਂ ਨੇ, ਹੋਰ ਬਹੁਤ ਸਾਰੇ ਐਸੇ ਪੌਦੇ ਆ ਜਿਹੜੇ ਫਲਾਂ ਵਾਲੇ। ਹੁਣ ਆਪਾਂ ਦੁਬਈ ਜਾਂਦੇ ਜਾਂ ਉੱਧਰਲੇ ਜਾਂਦੇ ਆ, ਰੋਡਾਂ ਤੇ ਕਿੰਨਾ ਫਲਾਂ ਵਾਲਾ ਬੂਟਾ ਲੱਗਾ ਹੋਇਆ। ਮਨ ਵਿੱਚ ਤਮੰਨਾ ਕਿ ਆਪਾਂ ਵੀ ਸੜਕਾਂ ਦੇ ਉੱਤੇ ਫਲਾਂ ਵਾਲੇ ਪੌਦੇ ਲਗਾਈਏ ਤਾਂ ਕਿ ਕੋਈ ਵੀ ਵਿਅਕਤੀ ਖਾ ਸਕੇ ਉੱਥੇ, ਜਿੱਥੇ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ। ਤੇ ਐਸੇ ਆਪਾਂ ਕੰਮ ਕਰਾਂਗੇ ਤੇ ਪਰਮੇਸ਼ਰ ਦੀ ਖੁਸ਼ੀ ਆ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ ਨੇ ਬੜੇ ਸਰਲ ਜੇ ਲਫ਼ਜ਼ਾਂ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ। ਤੇ 13 ਦਾ ਮਤਲਬ ਬਾਬੇ ਨਾਨਕ ਦਾ 13 ਹੀ 13। ਤੇ ਜੇ ਆਪਾਂ ਇਸ ਚੀਜ਼ ਨੂੰ ਹੀ ਅੱਜ ਲੈ ਕੇ ਚੱਲੀਏ ਆਪਣੇ ਨਾਲ ਤਾਂ ਬਹੁਤ ਵੱਡਾ ਯੋਗਦਾਨ ਹੋਏਗਾ। ਸਵੰਜਣਾ ਬਾਬਾ ਜੀ ਤੁਹਾਡੀ ਮਤਲਬ ਨਾਲ ਅੱਜ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਸਵੰਜਣਾ ਖੁਦ ਪ੍ਰੋਡਿਊਸ ਕਰਨੇ ਸ਼ੁਰੂ ਕਰਤੇ। ਬੀਜ ਲਿਆ ਕੇ ਨਾ ਜੀ, ਪਹਿਲਾਂ ਅਸੀਂ ਲੈਂਦੇ ਸੀ ਨਰਸਰੀਆਂ ਤੋਂ। ਉਹਦੇ ਤੇ ਤੁਸੀਂ ਗੌਰਮੈਂਟ ਦੀ ਕਾਰਜਸ਼ਾਲੀ ਤੇ ਪਹਿਲਾਂ ਹੀ ਕਹਿਤਾ, ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਦਾ ਕਿ ਕੰਮ ਘੱਟ ਤੇ ਬਾਕੀ ਚੀਜ਼ਾਂ ਜ਼ਿਆਦਾ। ਪਰ ਗੌਰਮੈਂਟ ਵੀ ਕਿਆ ਕਰੇ, NGOs ਦਾ ਰੋਲ ਬਹੁਤ ਵੱਡਾ ਹੈ। ਇਸੇ ਕਰਕੇ ਅਸੀਂ ਇਹ ਉਪਰਾਲਾ ਕੀਤਾ ਹੈ ਐਜ਼ NGO ਕਿ NGOs ਅੱਗੇ ਆਉਣ। ਇਹਨਾਂ 50 ਦਿਨਾਂ ਦੇ ਵਿੱਚ ਇੱਕ ਅਸੀਂ NGO ਡੇ ਵੀ ਮਨਾਉਣ ਜਾ ਰਹੇ ਹਾਂ। ਸਾਰੀਆਂ NGOs, ਅੱਜ ਮੇਰੇ ਕੋਲ 8 ਦੇ ਕਰੀਬ NGOs ਇੱਥੇ ਹਾਜ਼ਰ ਨੇ। ਸੋ ਮੇਰੇ ਕੋਲ ਰਿਕਾਰਡ ਹੈ, ਮੈਂ ਤੁਹਾਨੂੰ ਦੱਸ ਦਿਆਂਗਾ। ਉਹਨਾਂ ਨੂੰ ਅਸੀਂ ਆਨਰ ਵੀ ਕਰਨ ਜਾ ਰਹੇ ਹਾਂ ਇੱਕੋ ਵਾਰੀ ਇਹਦੇ ਨਾਲ। ਤੇ NGOs ਦਾ ਰੋਲ ਬਹੁਤ ਵੱਡਾ ਹੈ। ਤੇ ਸਵੰਜਣਾ ਬਾਰੇ ਜਿਹੜਾ ਇਹਨਾਂ ਦੱਸਿਆ, ਅਸੀਂ ਸਵੰਜਣਾ ਦੇ ਪੌਦੇ ਬਾਹਰ ਦੇਣੇ ਵੀ ਆ ਸਾਰਿਆਂ ਨੂੰ, ਔਰ ਉਹਨਾਂ ਨੂੰ ਲਗਾਓ ਤੇ ਉਹਨਾਂ ਨੂੰ ਮਤਲਬ ਪਾਲਣਾ ਵੀ ਇਹ ਨਹੀਂ ਵੀ ਲਾ ਕੇ ਛੱਡਤਾ ਤਾਂ ਮੌਸਮ ਜਿਹੜਾ ਥੋੜਾ ਜਿਹਾ ਉਸ ਤਰੀਕੇ ਦਾ। ਸੋ ਹੁਣ ਮੈਂ ਕੁਇਕ ਫਾਰਵਰਡ ਚੱਲਦਾ ਤੇ ਸਾਡੇ ਮਾਨਯੋਗ ਸਪੀਕਰ ਸਾਹਿਬ ਵੀ ਆਉਣ ਵਾਲੇ ਹੈ। ਤੇ ਕੁਇਕ ਫਾਰਵਰਡ ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੈ ਜਿਹੜੀ ਸ਼ਾਇਦ ਸਾਰਿਆਂ ਦੀ ਨੌਲੇਜ ਨਹੀਂ ਹੈ। ਦੈਟ ਇਜ਼ ਰਿਪਲੇਸਮੈਂਟ ਆਫ ਦੀ ਟ੍ਰੈਡੀਸ਼ਨਲ ਰੋਡਸ ਬਾਈ ਇਕੋ ਫ੍ਰੈਂਡਲੀ ਰੋਡਸ, ਜਿਹਦੇ ਵਿੱਚ ਅਸੀਂ ਜਿਹੜੇ ਮਟੀਰੀਅਲ ਯੂਜ਼ ਕਰਦੇ ਹਾਂ ਉਹ ਮੈਂ ਇਹਦੇ ਬਾਰੇ ਚਾਹਾਂਗਾ ਕਿ ਸਾਡੇ ਕੰਕਰੀਟ ਐਸੋਸੀਏਸ਼ਨ ਦੇ ਜਿਹੜੇ ਹੈਡ ਨੇ ਸ਼੍ਰੀ ਸੰਜੇ ਸ਼ਰਮਾ ਜੀ ਇਜ਼ ਏ ਇੰਜੀਨੀਅਰ ਐਂਡ ਏ ਟੈਕਨੀਕਲ ਐਡਵਾਈਜ਼ਰ। ਸੋ ਹੀ ਵਿਲ ਬੀ ਸ਼ੇਅਰਿੰਗ ਦੈਟ। ਫਿਰ ਉਹਦੇ ਤੇ ਅਸੀਂ ਛੋਟੀ ਜਿਹੀ ਡਿਸਕਸ਼ਨ ਕਰਾਂਗੇ। So that will be the conclusion of this session, and then we will be going ahead with the awards and other plantation by Speaker Sahab at this venue. Thank you. Sanjay ji. Good afternoon and thank you very much. ये बड़ा अच्छा इनिशिएटिव है जो कि आपने जो शुरू किया है, और सबसे बड़ी बात जो मुझे अच्छी लगी कि एक दिन का लेकर सेमिनार 50 दिन तक ये एक्टिविटी जो है चलती जाएगी, सो दैट सारी एक्टिविटीज़ जो हैं उनको हम एक कंक्लूड कर सकें। जो आपने कहा कि जो सस्टेनेबिलिटी इन रोड कंस्ट्रक्शन, so generally when we are talking about say sustainability, तो at the जैसे गुप्ता जी ने एक एक्सप्लेन किया कि we want that okay whatever the materials, virgin materials we are using, so those materials it is not that okay we just use them and forget about our future and they are not available basically. So जब भी हम कोई कंस्ट्रक्शन कर रहे हैं, so our जो फोकस रहेगा या कोई ऐसी एक्टिविटी में फोकस रहेगा कि यस वी आर यूजिंग दोज मटेरियल्स, एक उनको हम कम से कम यूज़ करें और अच्छे से अच्छी क्वालिटी दें। सो उस पॉइंट ऑफ व्यू से जितना कंस्ट्रक्शन में या फिर रोड कंस्ट्रक्शन में इतनी एक्टिविटी चल रही हैं, आप देखेंगे एक्सप्रेस वे बन रहे हैं, हाईवेज बन रहे हैं, एंड उसमें हमारा आप अगर देखेंगे कंस्ट्रक्शन मटेरियल जो है बड़ा मतलब बहुत ज़्यादा क्वांटिटी में चाहिए एंड इट इज़ नॉट अवेलेबल आल्सो। अगर आप पंजाब की बात करेंगे या आसपास अपने और स्टेट्स की देखेंगे तो यू विल फाइंड कि आजकल जो है आपका एग्रीगेट है या जो दूसरे मटेरियल है इट इज़ नॉट अवेलेबल लाइक दैट। सो सबसे बड़ी बात जब हम एनवायरनमेंट की करते हैं तो आई थिंक हमारे जो 3 R's प्रिंसिपल हैं, अगर उसकी बात करें कि फर्स्ट इज़ कि जो भी हम जनरेट कर रहे हैं अपना उसमें तो रिड्यूस,
रीयूज एंड रिसाइकल। तो उसमें सेम कॉन्सेप्ट में नई रोड बनती है, हम क्या करते हैं कि एक्सप्रेस वे बन रहा है, रोड चौड़ी कर रहे हैं, तो उस रोड चौड़ी किया गया कि उसको ऊपर का लेयर स्क्रैप कर दी कि पूरा का पूरा मटेरियल जो है, तो उसको अगर हम टेक्निकल वे में एक इंजीनियरिंग वे में उसको सोचेंगे और उस मटेरियल को रीयूज करेंगे, तो एक उस वे में हमें जो है जो सोचना कि हम जो है किस तरह से एग्रीगेट का यूज रोड कंस्ट्रक्शन में कम कर सकें, किस तरह से कोई वेस्ट जो है प्रोड्यूस फ्रॉम अदर सोर्स। जब हम रिसाइकल की बात करते हैं तो ठीक है, व्हाट इज वेस्ट फ्रॉम मी इट मे नॉट बी वेस्ट फॉर द अदर आल्सो। सो उस कॉन्सेप्ट में अगर हम आज बात करें तो हमारे मंडी डिब्रूगढ़ में प्लस और जो है इतनी हमारी फाउंड्रीज है, तो उन फाउंड्रीज का जो है स्लैग, जब हम स्लैग जब आप थ्रो करते हैं तो वहाँ हैपजल्टली उसको लैंडफिल में डाल दिया जाता है। उसमें इतने मेटल्स आते हैं, बिकॉज कई बार ऐसी मेटल को जो रिप्रोसेसिंग करते हैं व्हीकल्स के हैं या फिर और के, उनके ऑलरेडी जो मेटल पोल्यूटेंट्स हैं वो बेसिकली उसमें कंटेन करते हैं और दे जॉइन द ग्राउंड वाटर और अदर दिस थिंग, तो उसको ग्राउंड को पानी को पोल्यूट करेंगे। सो ये अगर हम उसको ये साइंटिफिक वे में यूज़ करना सोच सके तो रोड कंस्ट्रक्शन में जैसे है एक जो एग्जांपल अभी शायद बहुत लोगों ने सुना भी हुआ कि यहाँ बनाया गया है सूरत में 1 किलोमीटर की रोड बनाई गई है एक्सपेरिमेंटल बेसिस पे, एंड दैट रोड इज बेसिकली कंस्ट्रक्टेड फ्रॉम द वेस्ट स्लैग, और उन्होंने इसको एक प्रोसेस किया है, उसको जो स्लैग है उसको एग्रीगेट के रूप में कन्वर्ट करके उसको यूज़ किया। तो उसमें क्या है कि जो कॉस्ट है वो अबाउट 30% रिड्यूस हो गई है, एंड जो उसकी परफॉर्मेंस है, ड्यूरेबिलिटी है, दैट इज बेसिकली एनहांस्ड एज कम्पेयर टू योर दिस थिंग। तो सिमिलरली वी हैव बेसिकली कुछ साल पहले हमने काम किया था, जो मंडी डिब्रूगढ़ का जो हमने लिया था उसको स्लैग को सैंड में कन्वर्ट कर दिया था, और उसकी जो है बड़ी हाई स्ट्रेंथ कंक्रीट जनरेट की गई, एंड उसको जो है हमने जो है एंड दैट इज आल्सो PCL के साथ मिलके वी आर ट्राइंग टू मेक 1 किलोमीटर रोड इन न्यू चंडीगढ़, जो कि एक एक्सपेरिमेंटल या एक पायलट प्रोजेक्ट की तरह हम उसमें काम करेंगे, एंड उसमें काम करना हमने शुरू किया हुआ है। इसी तरह से अगर हमने हमारे पास पेवर ब्लॉक, तो पेवर ब्लॉक जो है बनाए हैं, उससे जो आपका ट्रीटमेंट प्लांट का जो स्लज निकलता है उसका भी डिस्पोजल एक बड़ा डिफिकल्ट है, तो उसके यूज़ करके जो आप पेवर ब्लॉक बाहर यूज़ करते हैं तो 80% हमने उनको यूज़ किया है वहाँ पे, और उसमें सीमेंट यूज़ नहीं किया। तो बेसिकली यस, अगर हम कुछ अल्टरनेटिव ऐसे मटेरियल बना सकते हैं जिसमें हमारा कार्बन फुटप्रिंट्स रिड्यूस हो सकें, तो और एनवायरनमेंट को जो है कार्बन डाइऑक्साइड और ग्रीन हाउस गैसेज जिसको कहते हैं उनकी एमिशन कम कर सकें, तो वो एक हम सस्टेनेबिलिटी पॉइंट ऑफ व्यू से कंस्ट्रक्शन में हम उसकी तरफ जाते हैं। तो इस कॉन्सेप्ट में है जो हम काम करना चाहेंगे। आई थिंक देयर आर सो मेनी डेवलपर्स हियर आल्सो, तो उनके साथ मिलकर न्यू टेक्नोलॉजीज हैं, न्यू एरियाज हैं, बट हमारा फोकस जो है वो यही है कि एनवायरनमेंट को हम किस तरह से प्रोटेक्ट कर सकें, और एंड कीपिंग इन माइंड द 3 बेसिक प्रिंसिपल्स ऑफ मैनेजमेंट इज द 3 R's बेसिकली जो हम बात करते हैं। थैंक यू संजय जी। मैं सिर्फ ना संजय जी की स्टैम्प चाहता था, क्योंकि संजय जी इज ए गाइडिंग फोर्स बिहाइंड आवर दिस वेंचर। So I am proud to say that New Chandigarh is the first city in North to adopt this sustainable